ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੇਰਾ ਨਾਮ ਜਤਿੰਦਰ ਸਿੰਘ ਖਹਿਰਾ। ਡੈਮੋਕ੍ਰੇਸੀ ਯਾਨੀ ਲੋਕਤੰਤਰ ਲੋਕਾਂ ਦਾ ਰਾਜ, ਲੋਕਾਂ ਦੇ ਲਈ ਤੇ ਲੋਕਾਂ ਦੇ ਵਾਸਤੇ ਹੁੰਦਾ ਹੈ। ਡੈਮੋਕ੍ਰੇਸੀ ਦਾ ਸਭ ਤੋਂ ਇੰਪੋਰਟੈਂਟ ਸਤੰਭ ਜਿਹੜਾ ਹੈ, ਜਾਂ ਇਹ ਕਹ ਲਓ ਕਿ ਸਭ ਤੋਂ ਮਹੱਤਵਪੂਰਨ ਪਿਲਰ ਜਿਹੜਾ ਹੈ, ਉਹ ਹੈ ਮੀਡੀਆ। ਤੇ ਜੇ ਮੀਡੀਆ ਆਪਣੀ ਚੰਗੀ ਸਕਾਰਾਤਮਕ ਭਾਵਨਾ ਦੇ ਨਾਲ ਕੰਮ ਨਹੀਂ ਕਰਦਾ ਤਾਂ ਉਹ ਦਿਨ ਦੂਰ ਨਹੀਂ ਕਿ ਮੀਡੀਆ ਜਿਹੜਾ ਹੈ ਡੈਮੋਕ੍ਰੇਸੀ ਤੋਂ ਹੋ ਕੇ ਹਿਪੋਕ੍ਰੇਸੀ ਵੱਲ ਤੁਰ ਜਾਵੇ। ਭਾਰਤ ਦੇ ਵਿੱਚ ਵੀ ਕੁਝ ਅਜਿਹਾ ਹੋ ਰਿਹਾ। ਮੈਂ ਹਰ ਵਾਰ ਗੱਲ ਕਰਦਾ ਹੁੰਦਾ ਹਾਂ ਕਿਸੇ ਨਾ ਕਿਸੇ ਮੁੱਦੇ ਦੇ ਉੱਤੇ। ਅੱਜ ਦੀ ਗੱਲ ਦੇ ਵਿੱਚ ਅੱਜ ਦਾ ਜਿਹੜਾ ਮੁੱਦਾ ਹੈ ਉਹ ਕੁਝ ਵੱਖਰਾ ਹੈ। ਇਸ ਗੱਲ ਨੂੰ ਹੋਏ ਤਕਰੀਬਨ 3 ਮਹੀਨੇ ਹੋ ਗਏ। ਤੁਸੀਂ ਦੇਖਦੇ ਹੋਵੋਗੇ ਕਿ ਸ਼ਾਇਦ ਮੈਂ ਕਿਸਾਨੀ ਮੁੱਦੇ ਬਾਰੇ ਗੱਲ ਕਰ ਰਿਹਾ। ਨਬ ਇਸ ਭਾਰਤ ਦੇ ਵਿੱਚ ਕਿਸਾਨੀ ਮੁੱਦਾ ਜਿਹੜਾ ਹੈ ਉਹ ਤਾਂ ਅੱਜ ਪੂਰੇ ਭਾਰਤ ਨੂੰ ਪਤਾ ਲੱਗ ਗਿਆ। 3 ਮਹੀਨੇ ਯੂਪੀ ਦੇ ਹਾਥਰਸ ਦੇ ਪਿੰਡ ਇੱਕ ਬੱਚੀ ਦੇ ਨਾਲ ਜਬਰ ਜਨਾਹ ਹੁੰਦਾ ਹੈ। ਉਹ ਬੱਚੀ ਜਿਹੜੀ ਸੀ ਦਲਿਤ ਪਰਿਵਾਰ ਤੋਂ ਸੰਬੰਧਿਤ ਰੱਖਦੀ ਸੀ। ਜਬਰ ਜਨਾਹ ਤੋਂ ਬਾਅਦ ਉਹਦੇ ਨਾਲ ਇੱਦਾਂ ਦਾ ਦੁਸ਼ਵਿਹਾਰ ਹੁੰਦਾ ਹੈ ਕਿ ਉਹਦੀ ਮੌਤ ਹੋ ਜਾਂਦੀ ਹੈ। ਪਰ ਸਰਕਾਰਾਂ ਜਿਹੜੀਆਂ ਨੇ, ਜਦੋਂ ਕਹਿੰਦੇ ਹੁੰਦੇ ਨਾ ਚੋਰ ਤੇ ਕੁੱਤੀ ਰਲ ਜਾਣ, ਪਰ ਕਿਸੇ ਦਾ ਵੀ ਜਿਹੜਾ ਹੈ ਕੁਝ ਨਹੀਂ ਰਹਿੰਦਾ। ਸਰਕਾਰਾਂ ਨੇ ਇਸ ਮਾਮਲੇ ਦੇ ਉੱਤੇ ਲਗਾਤਾਰ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ। ਯੂਪੀ ਦੀ ਸਰਕਾਰ ਯਾਨੀ ਕਿ ਆਦਿੱਤਿਆਨਾਥ ਜੋਗੀ ਦੀ ਸਰਕਾਰ, ਇੰਨੀ ਗਿਰ ਚੁੱਕੀ ਸਰਕਾਰ ਕਿਵੇਂ ਹੋ ਸਕਦੀ ਹੈ? ਜਾਤ ਪਾਤ ਦਾ ਜਿਹੜਾ ਸਿਲਸਿਲਾ ਹੈ ਯੂਪੀ ਦੇ ਵਿੱਚ ਲਗਾਤਾਰ ਸਿਖਰਾਂ ਦੇ ਉੱਤੇ ਹੈ, ਪਰ ਕੋਈ ਕਿੰਨਾ ਡਿੱਗ ਸਕਦਾ ਹੈ ਇਹ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਇਸ ਬਿਰਤਾਂਤ ਨੂੰ ਜਿਹੜਾ ਹੈ ਉੱਥੋਂ ਦੇ ਉੱਚ ਜਾਤੀ ਵਾਲਿਆਂ ਨੇ ਕੁਝ ਹੋਰ ਜਿਹੜਾ ਹੈ ਇੱਕ ਹੋਰ ਤਰੀਕੇ ਦੀ ਜਿਹੜੀ ਘਟਨਾ ਹੈ ਉਹਨੂੰ ਬਿਆਨ ਕਰਨ ਦਾ ਮੌਕਾ ਦੇ ਦਿੱਤਾ। ਉਹਨਾਂ ਦੇ ਵੱਲੋਂ ਇੱਕ ਕਹਾਣੀ ਰਚੀ ਗਈ। ਇਹ ਕਹਾਣੀ ਜਿਹੜੀ ਸੀ ਕਿਤੇ ਨਾ ਕਿਤੇ ਇਹ ਸਾਬਤ ਕਰਦੀ ਸੀ ਕਿ ਇਸ ਬੱਚੀ ਦਾ ਕਤਲ ਜਿਹੜਾ ਹੈ ਉਹਦੇ ਘਰਦਿਆਂ ਨੇ ਕੀਤਾ। ਇੱਥੋਂ ਤੱਕ ਕਿ ਯੂਪੀ ਪੁਲਿਸ ਦੇ ਐਡੀਸ਼ਨਲ ਜਨਰਲ ਡਾਇਰੈਕਟਰ ਜਿਹੜੇ ਨੇ ਸੀ, ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਦੱਸ ਦਿੱਤਾ ਕਿ ਬੱਚੀ ਦੇ ਨਾਲ ਤਾਂ ਜਬਰ ਜਨਾਹ ਹੋਇਆ ਹੀ ਨਹੀਂ। ਇਹ ਉਦੋਂ ਦੀ ਗੱਲ ਹੈ ਜਦੋਂ ਕਿਸਾਨ ਅੰਦੋਲਨ ਵੀ ਥੋੜ੍ਹੀ ਤੂਲ ਪੜ ਰਿਹਾ ਸੀਗਾ ਅਤੇ ਕਿਸਾਨ ਅੰਦੋਲਨ ਦੇ ਵਿੱਚ ਵੀ ਇਹਦੀ ਖਾਸਾ ਗੱਲ ਹੋਈ। ਹੋਰ ਲੋਕਾਂ ਨੇ ਵੀ ਬਹੁਤ ਵਿਦਰੋਹ ਕੀਤਾ। ਗੱਲ ਉਸ ਮੀਡੀਆ ਤੱਕ ਪਹੁੰਚ ਗਈ ਜਿਹੜਾ ਅਹਿਸਾਸ ਲੋਕਾਂ ਦਾ ਮੀਡੀਆ ਹੈ, ਜਾਂ ਫਿਰ ਇਹ ਕਹਿ ਲਓ ਕਿ ਉਹ ਮੀਡੀਆ ਜਿਹੜਾ ਕਦੇ ਜਾਂ ਫਿਰ ਇਹ ਕਹਿ ਲਓ ਕਿ ਉਹ ਮੀਡੀਆ ਜਿਹੜਾ ਚੰਗੇ ਕੰਮ ਕਰਦਾ ਹੈ। ਜਦੋਂ ਪ੍ਰੈਸ਼ਰ ਬਣ ਗਿਆ ਤਾਂ ਫਿਰ ਸਰਕਾਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਲਗਾਤਾਰ ਜਿਹੜੀ ਹੈ ਇਸ ਦੇ ਉੱਤੇ ਸੁਣਵਾਈ ਕੀਤੀ ਗਈ, ਪਰ ਸੁਣਵਾਈ ਨਹੀਂ ਹੋਈ। ਫਿਰ ਹੋਰ ਪ੍ਰੈਸ਼ਰ ਪਿਆ ਤਾਂ ਸਰਕਾਰਾਂ ਨੇ ਕਹਿ ਦਿੱਤਾ ਕਿ ਇਹਦੀ CBI ਜਾਂਚ ਹੋਏਗੀ। CBI ਜਾਂਚ ਤੋਂ ਬਾਅਦ CBI ਆਪਣੀ ਪਟੀਸ਼ਨ ਦਾਇਰ ਕਰਦੀ ਹੈ। CBI ਨੇ ਆਪਣੀ ਚਾਰਜ ਸ਼ੀਟ ਦੇ ਵਿੱਚ ਜਿਹੜਾ ਹੈ ਉੱਤਰ ਪ੍ਰਦੇਸ਼ ਸਰਕਾਰ ਨੂੰ ਘੇਰੇ ਵਿੱਚ ਲੈਂਦਿਆਂ ਹੋਇਆ ਇਹ ਕਿਹਾ ਕਿ ਕਿਵੇਂ ਇਸ ਸਰਕਾਰ ਨੇ ਜਿਹੜਾ ਹੈ ਜਿਹੜੇ ਨੋਰਮਸ ਬਣਾਏ ਜਾਂਦੇ ਹਨ ਕਿ ਜਦੋਂ ਕਿਸੇ ਬੱਚੇ ਦੇ ਨਾਲ ਜਬਰ ਜਨਾਹ ਹੁੰਦਾ ਹੈ ਤਾਂ ਉਹਦੇ ਲਈ ਕੀ ਕਰਨਾ ਚਾਹੀਦਾ, ਉਹਦੀਆਂ ਸ਼ਰੇਆਮ ਧੱਜੀਆਂ ਉਡਾਈਆਂ। ਜਬਰ ਜਨਾਹ ਤੋਂ 5 ਦਿਨਾਂ ਬਾਅਦ ਵੀ ਜਿਹੜਾ ਸੀਗਾ ਕਿਸੇ ਵੀ ਮਹਿਲਾ ਜਿਹੜੀ ਪੁਲਿਸ ਹੈ ਜਾਂ ਫਿਰ ਇਹ ਕਹਿ ਲਓ ਕਿ ਕਿਸੇ ਵੀ ਮਹਿਲਾ ਜਿਹੜਾ ਅਧਿਕਾਰੀ ਆ ਉਹਦੇ ਵੱਲੋਂ ਬੱਚੀ ਦੀ ਜਾਂਚ ਨਹੀਂ ਕਰਵਾਈ ਗਈ। ਇਹ ਕਿਤੇ ਨਾ ਕਿਤੇ ਡੈਮੋਕ੍ਰੇਸੀ ਆ ਭਾਈ, ਜਿਹਨੂੰ ਕਹਿੰਦੇ ਨੇ ਕਿ ਮੋਦੀ ਸਾਹਿਬ ਅੱਛੇ ਦਿਨ ਆਏਗੇ, ਇਹ ਉਹ ਅੱਛੇ ਦਿਨ ਹੈ। ਇੱਥੇ ਇੱਕ ਗੱਲ ਹੈ ਹਾਥਰਸ ਦੀ, ਇੱਦਾਂ ਦੀਆਂ ਕਈ ਹਾਥਰਸ ਦੀਆਂ ਘਟਨਾਵਾਂ ਹੁੰਦੀਆਂ ਨੇ। ਯੂਪੀ ਜਿਹੜਾ ਹੈ ਉਹ ਕ੍ਰਾਈਮ ਰੇਟ ਦਾ ਗੜ੍ਹ ਹੈ। ਆਏ ਦਿਨ ਤੁਸੀਂ ਯੂਪੀ ਦੀਆਂ ਅਖਬਾਰਾਂ ਫੋਲ ਕੇ ਦੇਖੋ, ਤੁਹਾਨੂੰ ਇੰਨਾ ਕ੍ਰਾਈਮ ਉੱਥੇ ਮਿਲੇਗਾ ਤੁਹਾਡੇ ਹੱਥ ਜਿਹੜੇ ਨੇ ਉਹ ਕੰਬਣ ਲੱਗ ਪੈਣਗੇ। ਅਤੇ ਜ਼ਿਆਦਾਤਰ ਜਿਹੜੇ ਇਹ ਕਹਿ ਲਓ ਕਿ ਇਹ ਸਾਰੇ ਜਿਹੜੇ ਸ਼ਤਰੰਜ ਦੇ ਮੋਹਰੇ ਬਣਦੇ ਨੇ ਜਾਂ ਫਿਰ ਇਹ ਕਹਿ ਲਓ ਕਿ ਪੀੜਤ ਬਣਦੇ ਨੇ ਉਹ ਦਲਿਤ ਹੁੰਦੇ ਨੇ। ਸਭ ਨੂੰ ਪਤਾ ਹੈ ਕਿ ਤੁਹਾਨੂੰ ਜਿਹੜਾ ਹੈ ਰੇਪ ਤੋਂ 24 ਯਾਨੀ ਕਿ 24 ਘੰਟਿਆਂ ਦੇ ਅੰਦਰ ਜਿਹੜਾ ਹੈ ਉਸ ਦੀ ਜਿਹੜੀ ਹੈ ਇੱਕ ਮੁਆਇਨਾ ਜਿਹੜਾ ਹੈ ਜਿਹਨੂੰ ਮੈਡੀਕਲ ਜਾਂਚ ਕਹਿੰਦੇ ਨੇ ਉਹ ਕਰਵਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਕਿਤੇ ਨਾ ਕਿਤੇ ਇਹ ਲੱਗਦਾ ਹੈ ਕਿ ਸਰਕਾਰ ਜਿਹੜੀ ਹੈ ਜਾਂ ਉੱਥੇ ਦਾ ਜਿਹੜਾ ਪ੍ਰਸ਼ਾਸਨ ਹੈ ਉਹਨੇ ਉਹਨਾਂ ਦਰਿੰਦਿਆਂ ਨੂੰ ਬਚਾਉਣ ਦੇ ਲਈ ਇਸ ਨੂੰ ਇਗਨੋਰ ਕੀਤਾ ਔਰ ਲਮਕਾ ਕੇ ਜਿਹੜਾ ਹੈ 5 ਦਿਨ ਲਗਾ ਦਿੱਤੇ। ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਯਾਨੀ ਏਮਸ ਦਾ ਕਹਿਣਾ ਹੈ ਕਿ 5 ਦਿਨ ਬਾਅਦ ਜਿਹੜਾ ਹੈ ਉਸ ਬੱਚੀ ਦੀ ਜਾਂਚ ਹੁੰਦੀ ਹੈ, ਪਰ ਜਾਂਚ ਦੇ ਵਿੱਚ ਦੇਰੀ ਹੋਣ ਕਰਕੇ ਲੋੜੀਂਦੇ ਜਿਹੜੇ ਸਬੂਤ ਸੀਗੇ ਉਹ ਮਿਲ ਨਹੀਂ ਸਕੇ। ਫਿਰ ਕਹਾਂਗਾ ਕਿ ਇਹ ਡੈਮੋਕ੍ਰੇਸੀ ਹੈ।
ਉਹ ਡੈਮੋਕ੍ਰੇਸੀ ਜਿਹਦੇ ਵਿੱਚ ਬੇਟੀ ਬਚਾਓ ਬੇਟੀ ਪੜਾਓ ਵਰਗੇ ਨਾਰੇ ਲੱਗਦੇ ਨੇ। ਉਹ ਡੈਮੋਕ੍ਰੇਸੀ ਜਿੱਥੇ ਸਰਕਾਰ ਕਹਿੰਦੀ ਹੈ ਕਿ ਅੱਛੇ ਦਿਨ ਆ ਜਾਣਗੇ। ਉਹ ਡੈਮੋਕ੍ਰੇਸੀ ਜਿੱਥੇ ਸਰਕਾਰ ਜਿਹੜੀ ਹੈ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਲਈ ਕਾਲੇ ਕਾਨੂੰਨ ਤੱਕ ਜਿਹੜੇ ਆ ਉਹ ਪਾਸ ਕਰ ਦਿੰਦੀ ਹੈ। ਇੰਨਾ ਹੀ ਨਹੀਂ, CBI ਵੱਲੋਂ ਇਸ ਅਣਗਹਿਲੀਆਂ ਦੀ ਲਿਸਟ ਬਹੁਤ ਲੰਬੀ ਹੈ, ਪਰ ਕਿਤੇ ਨਾ ਕਿਤੇ ਉਹ ਉਹਨਾਂ ਅਣਗਹਿਲੀਆਂ ਦੇ ਪਿੱਛੇ ਜਿਹੜੇ ਅਧਿਕਾਰੀ ਨੇ ਉਹਨਾਂ ਦੀ ਵੀ ਤਫਤੀਸ਼ ਕਰ ਰਹੀ ਹੈ। ਸੋ ਦੇਖਣ ਵਾਲੀ ਗੱਲ ਹੋਏਗੀ ਕਿ ਕਿਹੜਾ ਅਧਿਕਾਰੀ ਜਿਹੜਾ ਹੈ ਫੜਿਆ ਜਾਂਦਾ ਹੈ ਜਾਂ ਕੀ ਕਰਦਾ ਹੈ। ਪੁਲਿਸ ਤੋਂ ਇਲਾਵਾ ਇਸ ਦੇ ਵਿੱਚ ਜਿਹੜੀ ਹੈ ਇੱਕ ਅਹਿਮ ਭੂਮਿਕਾ ਜਿਹੜੀ ਹੈ, ਜਾਂ ਕਹਿ ਲਓ ਕਿ ਇੱਕ ਖਿਲਾਉਣਾ ਕੰਮ ਜਿਹੜਾ ਹੈ ਉੱਥੋਂ ਦੇ ਪ੍ਰਸ਼ਾਸਨ, ਉੱਥੋਂ ਦੀਆਂ ਸਰਕਾਰਾਂ ਤੇ ਜਿਹੜੀ ਆਹ ਕਹਿ ਲਓ ਕਿ ਉੱਚ ਜਾਤੀ ਦੇ ਲੋਕ ਜਿਹੜੇ ਨੇ ਉਹਨਾਂ ਨੇ ਵੀ ਕੀਤਾ। ਪ੍ਰੈਸ਼ਰ ਬਣਾਇਆ ਗਿਆ ਔਰ ਇੱਕ ਸਨਮਾਨ ਕਿਹਾ ਜਾਂਦਾ ਨਾ ਕਿ ਜਦੋਂ ਅਸੀਂ ਆਪਣੇ ਇਸ ਮਨੁੱਖੀ ਸਰੀਰ ਨੂੰ ਤਿਆਗ ਦਿੰਦੇ ਹਾਂ ਔਰ ਜੰਨਤ ਨਸ਼ੀ ਹੋ ਜਾਂਦੇ ਹਾਂ ਤਾਂ ਸਨਮਾਨ ਜਿਹੜਾ ਹੈ ਉਹ ਹਰ ਕਿਸੇ ਨੂੰ ਮਿਲਣਾ ਚਾਹੀਦਾ ਹੈ। ਪਰ ਇਹਨਾਂ ਸਰਕਾਰਾਂ ਸਦਕੇ ਉਹ ਬੱਚੀ ਨੂੰ ਜਿਹੜਾ ਹੈ ਸਨਮਾਨ ਵੀ ਨਹੀਂ ਮਿਲਿਆ। ਉਹਦੇ ਮਾਂ-ਬਾਪ ਨੂੰ ਉਹਦਾ ਆਖਰੀ ਵਾਰ ਚਿਹਰਾ ਵੇਖਣ ਨੂੰ ਵੀ ਨਹੀਂ ਮਿਲਿਆ। ਉਸ ਜਬਰ ਜਨਾਹ ਦੀ ਜਿਹੜੀ ਪੀੜਤ ਬੱਚੀ ਸੀ ਉਹਨੂੰ ਰਾਤੋਂ ਰਾਤ ਜਿਹੜਾ ਸੀ ਸੰਸਕਾਰ ਤਾਂ ਨਹੀਂ ਕਹਿ ਸਕਦੇ, ਜਲਾ ਦਿੱਤਾ ਗਿਆ। ਇਹ ਡੈਮੋਕ੍ਰੇਸੀ ਹੈ, ਉਹ ਡੈਮੋਕ੍ਰੇਸੀ ਜਿਹਦੇ ਵਿੱਚ ਅਸੀਂ ਅਕਸਰ ਗੱਲ ਕਰਦੇ ਹਾਂ ਬੇਟੀ ਬਚਾਓ ਬੇਟੀ ਪੜਾਓ ਬਾਰੇ। ਇਸ ਤੋਂ ਇਲਾਵਾ ਜਿੱਥੇ ਅਸੀਂ ਮੀਡੀਆ ਦੀ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਚੌਥਾ ਸਤੰਭ ਹੈ, ਮੀਡੀਆ ਰਿਪੋਰਟਰਸ ਨੂੰ ਕਈ ਜਥੇਬੰਦੀਆਂ ਜਿਹੜੀਆਂ ਕਿ ਇਸ ਕੰਮ ਦੇ ਲਈ ਬਹੁਤ ਐਕਟਿਵਲੀ ਕੰਮ ਕਰਦੀਆਂ ਕਿ ਨਿਆਂ ਮਿਲੇ, ਉਹਨਾਂ ਨੂੰ ਉਸ ਪਿੰਡ ਦੇ ਵਿੱਚ ਜਾਣ ਤੋਂ ਮਨਾ ਕੀਤਾ ਗਿਆ। ਸਰਕਾਰਾਂ ਹੈ ਭਾਈ, ਡੈਮੋਕ੍ਰੇਸੀ ਥੋੜ੍ਹੀ ਹੈ ਇਹ ਤਾਂ ਹਿਪੋਕ੍ਰੇਸੀ ਹੈ। ਤੁਸੀਂ ਕਦੋਂ ਵੀ ਕੁਝ ਵੀ ਕਿਤੇ ਵੀ ਕਰ ਸਕਦੇ ਹੋ। ਅਣਚਾਹੇ ਤਰੀਕੇ ਦੇ ਨਾਲ ਤੁਸੀਂ ਆਪਣੀ ਮਰਜ਼ੀ ਦੇ ਨਾਲ ਕੁਝ ਵੀ ਕਦੋਂ ਵੀ ਲਿਆ ਸਕਦੇ ਹੋ, ਕਿਉਂਕਿ ਸਮਰੱਥਾ ਜਿਹੜੀ ਹੈ ਉਹ ਬਹੁਤਾਤ ਦੇ ਵਿੱਚ ਲੈ ਲੋਕਤੰਤਰ ਦੇ ਵਿੱਚ ਇਹਨਾਂ ਕੋਲੇ। ਇਹ ਸਰਕਾਰ ਹੈ ਜਿਹੜੀ ਅੱਛੇ ਦਿਨਾਂ ਨੂੰ ਹਰ ਵਾਰ ਲੈ ਕੇ ਆਉਂਦੀ ਹੈ। ਹੁਣ ਇੱਥੇ ਸਾਰੇ ਜਾਣਦੇ ਆ ਜੇ ਕਿਤੇ ਇਹ ਕੇਸ ਜਿਹੜਾ ਸੀ ਮੀਡੀਆ ਦੇ ਵਿੱਚ ਨਾ ਉਛਲਦਾ ਤੇ ਇਸ ਕੇਸ ਦੇ ਉੱਤੇ ਵੀ ਇੰਨੀ ਪੈਰਵਾਈ ਨਹੀਂ ਹੋਣੀ ਸੀ। ਬਿਲਕੁਲ ਉਸੇ ਤਰੀਕੇ ਦੇ ਨਾਲ ਜਿਵੇਂ ਕਿਸੇ ਨੇ ਯੂਪੀ ਦੇ ਵਿੱਚ NRC ਦਾ ਜਿਹੜਾ ਸੀਗਾ ਉਹਦਾ ਵਿਰੋਧ ਕੀਤਾ ਸੀਗਾ ਤੇ ਉਹਨਾਂ ਦੇ ਨਾਲ ਕੀ ਹੋਇਆ। ਇਹ ਸਰਕਾਰ ਜਿਹੜੀ ਹੈ ਚਾਹੇ 2014 ਦੇ ਵਿੱਚ ਪਹਿਲੀ ਵਾਰੀ ਆਉਂਦੀ ਹੈ, ਪਰ ਲੱਗਦਾ ਇੱਦਾਂ ਹੈ ਕਿ ਸ਼ਾਇਦ ਇਹਨਾਂ ਨੇ ਜਿਹੜਾ ਵਤੀਰਾ ਹੈ ਉਹ ਕਈ ਸਾਲ ਪਹਿਲਾਂ ਸੋਚ ਲਿਆ ਸੀਗਾ। ਇੱਥੇ ਹਰ ਉਸ ਮੀਡੀਆ ਅਧਿਕਾਰੀ ਦੀ, ਹਰ ਉਸ ਇੱਕ ਕਹਿ ਲਓ ਕਿ ਚੰਗੇ ਔਰ ਸੁਲਝੇ ਨਾਗਰਿਕ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਹਨਾਂ ਦੇ ਖਿਲਾਫ ਜਿਹੜੇ ਹੱਕ ਮਾਰੇ ਜਾ ਰਹੇ ਨੇ ਜਾਂ ਫਿਰ ਜਦੋਂ ਕਿਸੇ ਦੇ ਨਾਲ ਜਬਰ ਜਨਾਹ ਹੁੰਦਾ ਹੈ ਜਾਂ ਧੋਖਾ ਹੁੰਦਾ ਹੈ ਜਾਂ ਕਿਸੇ ਨੂੰ ਬੇਮਤਲਬ ਸਤਾਇਆ ਜਾਂਦਾ ਹੈ ਉਹਦਾ ਵਿਦਰੋਹ ਕਰੇ, ਤਾਂ ਜੋ ਜਿਹੜਾ ਹੈ ਇੱਕ ਚੰਗਾ ਤੇ ਨਿੱਘਰ ਸਮਾਜ ਸਿਰਜਿਆ ਜਾ ਸਕੇ। ਅਕਸਰ ਦੇਖਿਆ ਜਾਂਦਾ ਹੈ ਕਿ ਸਾਡੇ ਭਾਰਤ ਵਰਗੇ ਮੁਲਕ ਦੇ ਵਿੱਚ ਨਾ ਜਿਹੜੇ ਉੱਚ ਰੈਂਕ ਦੇ ਅਧਿਕਾਰੀ ਹੁੰਦੇ ਨੇ ਉਹ ਜਵਾਬਦੇਹੀ ਵਾਲੇ ਨਹੀਂ ਹੁੰਦੇ। ਉਹਨਾਂ ਨੂੰ ਤਾਂ ਸਰਕਾਰ ਜਿਹੜੀ ਹੈ ਇਹ ਕਹਿ ਜਾਂਦੀ ਆ ਕਿ ਭਾਈ ਇਹ ਉੱਚ ਅਧਿਕਾਰੀ ਸੀਗਾ, ਇਸ ਕਰਕੇ ਇਹਨੂੰ ਤੁਹਾਨੂੰ ਇੱਕ ਹਫ਼ਤੇ ਦਾ ਪਹਿਲਾਂ ਟਾਈਮ ਦੇਣਾ ਚਾਹੀਦਾ ਹੈ ਜਦੋਂ ਤੁਸੀਂ ਇਹਦੀ ਸੁਣਵਾਈ ਕਰਨੀ ਹੈ। ਪਰ ਇੱਥੇ ਗੱਲ ਕਹਿਣੀ ਬਹੁਤ ਜ਼ਰੂਰੀ ਹੈ ਕਿ ਇਹ ਉੱਚ ਅਧਿਕਾਰੀ ਜਿੰਨੇ ਉੱਚ ਅਹੁਦੇ 'ਤੇ ਬੈਠੇ ਹੁੰਦੇ ਨੇ ਇਹਨਾਂ ਦੀ ਜ਼ਿੰਮੇਵਾਰੀ ਵੀ ਉਨੀ ਉੱਚੀ ਹੁੰਦੀ ਹੈ। ਸੋ ਇਹਨਾਂ ਦੀ ਜਵਾਬਦੇਹੀ ਬਣਨੀ ਚਾਹੀਦੀ ਹੈ ਤਾਂ ਜੋ ਇਹ ਹਾਥਰਸ ਵਰਗੀਆਂ ਘਟਨਾਵਾਂ ਦੇ ਉੱਤੇ ਨੱਥ ਪਾਈ ਜਾਵੇ। ਕਦੀ ਸੋਚ ਕੇ ਵੇਖਿਓ। ਇਹ ਸੀ ਮੇਰੀ ਅੱਜ ਦੀ ਗੱਲ ਤੇ ਮੈਂ ਮਿਲਾਂਗਾ ਤੁਹਾਨੂੰ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ, ਕਰਾਂਗਾ ਤੁਹਾਡੇ ਨਾਲ ਗੱਲਾਂ। ਦੇਖਦੇ ਰਹੋ ਪੰਜਾਬ ਮੇਲ USA TV।